Hey everyone, welcome or welcome back to my channel. This is Parneet. I hope you all are doing good. So guys, today's video is for those who has a phobia of speaking. ਜਿਨ੍ਹਾਂ ਨੂੰ ਬਹੁਤ ਜ਼ਿਆਦਾ ਫੋਬੀਆ ਕਿ ਸਾਡੇ ਤੋਂ ਇੰਗਲਿਸ਼ ਨਹੀਂ ਬੋਲੀ ਜਾਂਦੀ ਹੈ ਨਾ, ਬਹੁਤ ਡਰ ਲੱਗਦਾ ਬਿਕਾਜ਼ ਔਨ ਡੇਲੀ ਬੇਸਿਸ ਆਈ ਰਿਸੀਵ ਅ ਲੋਟ ਆਫ ਕਮੈਂਟਸ ਜਿਹਦੇ ਵਿੱਚ ਤੁਸੀਂ ਲਿਖਦੇ ਹੋ ਕਿ ਮੈਮ ਅਸੀਂ ਇੰਗਲਿਸ਼ ਸਮਝ ਲੈਂਦੇ ਹਾਂ ਪਰ ਬੋਲ ਨਹੀਂ ਸਕਦੇ, ਜਾਂ ਫਿਰ ਪੜ੍ਹ ਲੈਂਦੇ ਹਾਂ ਜਦੋਂ ਅਸੀਂ ਬੋਲਦੇ ਹਾਂ ਉਦੋਂ ਸਾਡੇ ਤੋਂ ਨਹੀਂ ਬੋਲੀ ਜਾਂਦੀ, ਜਾਂ ਫਿਰ ਅਸੀਂ ਮਨ ਦੇ ਵਿੱਚ ਸਾਨੂੰ ਆਉਂਦੀ ਹੈ ਬਟ ਅਸੀਂ ਸਪੀਕ ਨਹੀਂ ਕਰ ਪਾਉਂਦੇ, ਦੂਸਰਿਆਂ ਦੇ ਨਾਲ ਅਸੀਂ ਬੋਲ ਨਹੀਂ ਸਕਦੇ. ਸੋ ਟੂਡੇਜ਼ ਵੀਡੀਓ ਇਜ਼ ਗੋਇੰਗ ਟੂ ਬੀ ਸੌਰਟ ਆਫ ਮੋਟੀਵੇਸ਼ਨਲ ਵੀਡੀਓ. ਕਿਸ ਤਰ੍ਹਾਂ ਤੁਸੀਂ ਆਪਣਾ ਫੀਅਰ ਹੈ ਜਿਹੜਾ ਤੁਹਾਡਾ ਫੋਬੀਆ ਡਰ ਹੈ ਉਹਨੂੰ ਓਵਰਕਮ ਕਰ ਸਕਦੇ ਹੋ. ਐਂਡ there are few points or there are few strategies which you should always take into consideration if you are a beginner. means ਤੁਹਾਡੇ ਤੋਂ ਇੰਗਲਿਸ਼ ਨਹੀਂ ਬੋਲੀ ਜਾਂਦੀ ਐਂਡ ਤੁਸੀਂ ਚਾਹੁੰਦੇ ਹੋ ਕਿ ਮੈਂ ਇੰਗਲਿਸ਼ ਬੋਲਣੀ ਸਿੱਖਾਂ, ਹੈ ਨਾ, ਮੈਂ ਦੂਸਰੇ ਲੋਕਾਂ ਨਾਲ ਵਧੀਆ ਕਮਿਊਨੀਕੇਟ ਕਰ ਸਕਾਂ, ਮੈਂ ਇੱਕ ਆਪਣੀ ਪਰਸਨੈਲਿਟੀ ਡਿਵੈਲਪ ਕਰ ਸਕਾਂ. ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਸਟਾਰਟਡ. ਓਕੇ, ਨੰਬਰ 1 ਇਜ਼ ਯੋਰ ਕੌਨਫੀਡੈਂਸ. ਦੇਖੋ ਗਾਇਜ਼, ਸਭ ਤੋਂ ਪਹਿਲਾਂ ਕਿਸੇ ਵੀ ਚੀਜ਼ ਨੂੰ ਲਰਨ ਕਰਨ ਦੇ ਲਈ, ਬੋਲਣ ਦੇ ਲਈ, ਸਿੱਖਣ ਦੇ ਲਈ ਕੌਨਫੀਡੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ. ਇਟ ਪਲੇਜ਼ ਐਨ ਇੰਪੈਰੇਟਿਵ ਰੋਲ. ਅਗਰ ਤੁਹਾਡੇ ਵਿੱਚ ਕੌਨਫੀਡੈਂਸ ਨਹੀਂ ਹੈ, ਤੁਹਾਨੂੰ ਆਪਣੇ ਆਪ ਅੰਦਰੋਂ ਹੀ ਨਹੀਂ ਲੱਗਦਾ ਕਿ ਮੇਰੇ ਤੋਂ ਨਹੀਂ ਹੋਏਗਾ, ਦੈਨ ਬਿਲੀਵ ਮੀ ਕਦੇ ਵੀ ਨਹੀਂ ਹੋਏਗਾ, ਤੁਸੀਂ ਕਦੇ ਵੀ ਨਹੀਂ ਕਰ ਪਾਓਗੇ. ਸਭ ਤੋਂ ਪਹਿਲਾਂ ਕੌਨਫੀਡੈਂਸ ਲੈ ਕੇ ਆਓ. ਬੀ ਕੌਨਫੀਡੈਂਟ ਵਟ ਐਵਰ ਯੂ ਆਰ ਗੋਇੰਗ ਟੂ ਸਪੀਕ, ਹੈ ਨਾ. ਇਹ ਨਾ ਸੋਚੋ ਕਿ ਸਟਾਰਟਿੰਗ ਦੇ ਵਿੱਚ ਮੈਂ ਗਲਤ ਬੋਲੂੰਗਾ ਜਾਂ ਸਹੀ ਬੋਲੂੰਗਾ, ਜਾਂ ਫਿਰ ਦੇਰ ਆਰ ਲੋਟ ਆਫ ਪੀਪਲ, ਹੋ ਸਕਦਾ ਉਹ ਸਟਾਰਟਿੰਗ ਦੇ ਵਿੱਚ ਤੁਹਾਡਾ ਮਜ਼ਾਕ ਉਡਾਉਣ. ਲੋਕਾਂ ਨੂੰ ਵੀ ਤੁਹਾਨੂੰ ਸਾਈਡ ਕਰਨਾ ਪਏਗਾ, ਜਿਹੜੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਨੇ ਕਿ ਹਾਂ ਇਹ ਕਿਵੇਂ ਦੀ ਇੰਗਲਿਸ਼ ਬੋਲ ਰਿਹਾ, ਜਾਂ ਫਿਰ ਇਹ ਗਲਤ ਬੋਲ ਰਿਹਾ, ਜਾਂ ਫਿਰ ਤੁਹਾਡੇ ਤੇ ਹੱਸਣਗੇ. ਉਹ ਸਾਰੀਆਂ ਚੀਜ਼ਾਂ ਇੰਗਲਿਸ਼ ਬੋਲਣੀ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਮਾਈਂਡ ਸੈਟ ਬਣਾਉਣਾ ਪਏਗਾ ਕਿ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਅਸਾਈਡ ਕਰਕੇ ਸਿਰਫ ਔਰ ਸਿਰਫ ਆਪਣੇ ਗੋਲ, ਆਪਣੀ ਐਂਬੀਸ਼ਨਸ ਦੇ ਉੱਪਰ ਫੋਕਸ ਕਰਾਂ, ਦੈਨ ਹੀ ਹੋ. ਐਂਡ ਇਹ ਸਾਰੀਆਂ ਚੀਜ਼ਾਂ ਉਦੋਂ ਹੀ ਤੁਹਾਡੇ ਵਿੱਚ ਆਉਣਗੀਆਂ, ਉਦੋਂ ਹੀ ਤੁਹਾਡੀ ਪਰਸਨੈਲਿਟੀ ਡਿਵੈਲਪ ਹੋਏਗੀ ਜਦੋਂ ਤੁਹਾਡਾ ਪ੍ਰੋਪਰ ਮਾਈਂਡ ਸੈਟ ਬਣੇਗਾ. ਵਿਦ ਫੋਕਸਡ ਮਾਈਂਡ ਤੁਸੀਂ ਸਟਾਰਟ ਕਰੋਗੇ ਕਿਸੇ ਨਿਊ ਚੀਜ਼ ਨੂੰ ਸਿੱਖਣਾ. ਫॉर ਇੰਸਟੈਂਸ ਲੈਟਸ ਸੇ ਹੁਣ ਬੱਚਿਆਂ ਦੀ ਗੱਲ ਕਰੀਏ, ਛੋਟੇ ਬੱਚਿਆਂ ਦੀ ਗੱਲ ਕਰੀਏ, ਉਹਨਾਂ ਨੂੰ ਸਟਾਰਟਿੰਗ ਤੋਂ ਹੀ ਆਪਾਂ ਘਰਾਂ ਦੇ ਵਿੱਚ ਜਿਵੇਂ ਦਾ ਐਨਵਾਇਰਨਮੈਂਟ ਦਿੰਦੇ ਹਾਂ ਨਾ, ਉਹ ਉਵੇਂ ਹੀ ਸ਼ੇਪ ਹੋ ਜਾਂਦੇ ਨੇ. ਲਾਈਕ ਦੇ ਆਰ ਲਾਈਕ ਕਲੇ, ਮਿੱਟੀ ਦੀ ਤਰ੍ਹਾਂ ਹੁੰਦੇ ਨੇ. ਜਿਵੇਂ ਆਪਾਂ ਉਹਨਾਂ ਨੂੰ ਮੋਲਡ ਕਰਦੇ ਹਾਂ ਸੇਮ ਵੀ ਉਸ ਤਰ੍ਹਾਂ ਮੋਲਡ ਹੋ ਜਾਂਦੇ ਨੇ. ਆਪਾਂ ਸਟਾਰਟਿੰਗ ਤੋਂ ਉਹਨਾਂ ਦੇ ਨਾਲ ਇੰਗਲਿਸ਼ 'ਚ ਗੱਲ ਕਰਨੀ ਸਟਾਰਟ ਕਰਦੇ ਹਾਂ ਤਾਂ ਉਹ ਇੰਗਲਿਸ਼ ਸਿੱਖ ਲੈਂਦੇ ਨੇ. ਆਪਾਂ ਕੋਈ ਹੋਰ ਰੀਜਨਲ ਲੈਂਗੁਏਜ ਲੈਟਸ ਸੇ ਪੰਜਾਬੀ, ਹਿੰਦੀ 'ਚ ਗੱਲ ਕਰਦੇ ਹਾਂ ਤਾਂ ਉਹ ਉਹਦੇ ਵਿੱਚ ਹੈ ਨਾ ਫਲੂਐਂਟ ਹੋ ਜਾਂਦੇ ਨੇ, ਉਹਨੂੰ ਕੰਫਰਟੇਬਲੀ ਸਿੱਖ ਲੈਂਦੇ ਨੇ. ਗਾਇਜ਼ ਲਾਈਕਵਾਈਜ਼ ਚਿਲਡਰਨ, ਛੋਟੇ ਬੱਚਿਆਂ ਵਾਂਗੂ ਹੀ ਤੁਹਾਨੂੰ ਸਟਾਰਟ ਕਰਨਾ ਪਏਗਾ. ਤਾਂ ਡਰੋ ਨਾ, ਕੋਈ ਫੀਅਰ ਨਾ ਰੱਖੋ, ਬਸ ਕੌਨਫੀਡੈਂਸ ਆਪਣੇ ਅੰਦਰ ਲੈ ਕੇ ਆਓ. ਸੈਕਿੰਡ ਇਜ਼ ਟੂ ਲਰਨ ਬੇਸਿਕਸ. ਨਾਓ ਹੁਣ ਤੁਸੀਂ ਵੀ ਸੁਣਿਆ ਹੋਏਗਾ ਐਂਡ ਆਈ ਆਲਸੋ ਕੇਮ ਅਕ੍ਰੋਸ ਲੋਟ ਆਫ ਥਿੰਗਸ ਇੱਦਾਂ ਦੀਆਂ ਕਿ 2 ਵੀਕਸ ਦੇ ਅੰਦਰ ਇੰਗਲਿਸ਼ ਬੋਲਣਾ ਸਿੱਖੋ, ਹੈ ਨਾ, 21 ਡੇਜ਼ ਦੇ ਵਿੱਚ ਇੰਗਲਿਸ਼ ਬੋਲਣਾ ਸਿੱਖੋ. ਬਟ ਡੂ ਯੂ ਥਿੰਕ ਕਿ ਇੰਨੀ ਟਾਈਮ ਦੇ ਵਿੱਚ ਤੁਹਾਨੂੰ ਇੰਗਲਿਸ਼ ਆ ਸਕਦੀ ਹੈ ਵਿਦਾਊਟ ਐਨੀ ਬੇਸਿਕਸ? ਤੁਹਾਨੂੰ ਬੇਸਿਕਸ ਬਿਲਕੁਲ ਨਹੀਂ ਪਤਾ, ਤੁਹਾਨੂੰ ਨਹੀਂ ਪਤਾ ਸੈਂਟੈਂਸ ਕਿਵੇਂ ਬਣਾਉਣੇ ਹੈ, ਕੀ ਸਟਰਕਚਰ ਹੈ, ਬਟ ਤੁਸੀਂ ਕਿਸ ਤਰ੍ਹਾਂ ਇੰਗਲਿਸ਼ ਬੋਲਣਾ ਸਿੱਖ ਸਕਦੇ ਹੋ? ਠੀਕ ਹੈ, ਸੋ ਇਹ ਚੀਜ਼ਾਂ ਤੋਂ ਦੂਰ ਹੋ ਕੇ ਸਟਾਰਟ ਕਰੋ ਫਰੋਮ ਦਾ ਬੇਸਿਕਸ. ਬੇਸਿਕਸ ਕਿੱਥੋਂ ਸਟਾਰਟ ਕਰ ਸਕਦੇ ਹੋ? ਤੁਸੀਂ ਟੈਂਸਿਸ ਤੋਂ ਸਟਾਰਟ ਕਰ ਸਕਦੇ ਹੋ. ਮੇਰੇ ਚੈਨਲ ਤੇ ਵੀ ਤੁਹਾਨੂੰ ਪਲੇਲਿਸਟ ਦੇ ਵਿੱਚ ਟੈਂਸਿਸ ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ, 1-on-1 ਸਾਰੀ ਗ੍ਰਾਮਰ ਮਿਲੇਗੀ. ਜਾਂ ਫਿਰ ਤੁਸੀਂ ਕਿਸੇ ਹੋਰ ਚੈਨਲ ਤੇ ਕੰਫਰਟੇਬਲ ਹੋ, ਤੁਸੀਂ ਉੱਥੋਂ ਵੀ ਕਰ ਸਕਦੇ ਹੋ, ਜ਼ਰੂਰੀ ਨਹੀਂ ਤੁਸੀਂ ਮੇਰੇ ਚੈਨਲ ਤੋਂ ਹੀ ਕਰਨਾ ਹੈ. ਬਟ ਸਟਾਰਟ ਫਰੋਮ ਦਾ ਬੇਸਿਕਸ. ਪਹਿਲਾਂ ਟੈਂਸਿਸ ਨੂੰ ਸਮਝੋ, ਹੈ ਨਾ, ਉਹਨਾਂ ਨੂੰ ਨੋਟ ਡਾਊਨ ਕਰੋ. ਇਹ ਨਹੀਂ ਕਿ ਸਮਝ ਲਿਆ ਫਿਰ ਤੁਸੀਂ ਸੋਚੋ ਕਿ ਹਾਂ ਹੁਣ ਮੈਂ ਬੋਲੂੰਗਾ, ਇਸ ਤਰ੍ਹਾਂ ਨਹੀਂ ਹੋਏਗਾ, ਹੈ ਨਾ. ਟੈਂਸਿਸ ਤੋਂ ਸਟਾਰਟ ਕਰੋ. ਉਸ ਤੋਂ ਬਾਅਦ ਫਾਰਮਸ ਆਫ ਵਰਬ. ਦੋ ਚੀਜ਼ਾਂ ਦੇਖੋ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਮਸ ਟੂ ਸਪੋਕਨ ਇੰਗਲਿਸ਼. ਨੰਬਰ 1 ਇਜ਼ ਟੈਂਸਿਸ, ਸੈਕੰਡ ਇਜ਼ ਫਾਰਮਸ ਆਫ ਵਰਬ. ਇਹ ਦੋਨਾਂ ਤੋਂ ਬਿਨਾਂ ਤੁਸੀਂ ਇੰਗਲਿਸ਼ ਬੋਲ ਹੀ ਨਹੀਂ ਸਕੋਗੇ ਬਿਕਾਜ਼ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਕੀ ਸੈਂਟੈਂਸ ਬੋਲਣਾ, ਕਿਸ ਤਰ੍ਹਾਂ ਬੋਲਣਾ, ਕੀ ਸਟਰਕਚਰਸ ਨੇ. ਫਾਈਨ, ਸੋ ਬੇਸਿਕਸ ਤੋਂ ਹਮੇਸ਼ਾ ਸਟਾਰਟ ਕਰੋ. ਥਰਡ ਇਜ਼ ਪ੍ਰੈਕਟਿਸ. ਯੈਸ, ਹੁਣ ਬੇਸਿਕ ਸਟਾਰਟ ਕਰ ਲਈ. ਨਹੀਂ ਹੋਣਾ ਚਾਹੀਦਾ ਕਿ ਤੁਸੀਂ ਲੱਗੇ ਪਏ ਹੋ ਲਿਖਣ ਤੇ, ਥਿਊਰੀ ਤੇ ਹੀ ਤੁਸੀਂ ਕੀ ਕਰੀ ਜਾ ਰਹੇ ਹੋ, ਤੁਹਾਡਾ ਸਾਰਾ ਫੋਕਸ ਹੈ, ਬਟ ਉਹਦੇ ਨਾਲ ਨਾਲ ਤੁਹਾਨੂੰ ਪ੍ਰੈਕਟੀਕਲੀ ਵੀ वर्क करना पड़ेगा. ठीक है, सो प्रैक्टिकल इज एज इंपॉर्टेंट एज थियोरेटिकल. ठीक है, ये नहीं कि लिखदी जा रहे हो, कॉपियां भरी जा रहे हो, बट ਉਹਦੇ ਨਾਲ ਨਾਲ ਤੁਹਾਨੂੰ ਪ੍ਰੈਕਟਿਸ ਵੀ ਕਰਨੀ ਪਏਗੀ. ਸਪੋਜ਼ ਤੁਸੀਂ ਫਰਸਟ ਟੈਂਸ, ਪ੍ਰੈਜ਼ੈਂਟ ਇੰਡੈਫੀਨਿਟ ਅੱਜ ਸਿੱਖਿਆ, ਸਾਰਾ ਤੁਸੀਂ ਜੌਟ ਡਾਊਨ ਕਰ ਲਿਆ ਇੱਕ ਪ੍ਰੋਪਰ ਸੈਪਰੇਟ ਨੋਟਬੁੱਕ ਤੇ, ਫਿਰ ਉਹਦੇ ਤੁਸੀਂ ਸੈਂਟੈਂਸਸ ਬਣਾ ਲਏ. ਗਾਇਜ਼ ਫਿਰ ਉਹ ਸੈਂਟੈਂਸਸ ਦੀ ਪ੍ਰੈਕਟਿਸ ਵੀ ਕਰੋ. ਕਿਹਦੇ ਨਾਲ ਹੁਣ ਪ੍ਰੈਕਟਿਸ ਕਰ ਸਕਦੇ ਹੋ? ਆਪਣੀਆਂ ਰਿਕਾਰਡਿੰਗਸ ਕਰਕੇ ਪ੍ਰੈਕਟਿਸ ਕਰ ਸਕਦੇ ਹੋ. ਅਗਰ ਕੋਈ ਇੰਗਲਿਸ਼ ਬੋਲਦਾ ਘਰੇ ਜਾਂ ਤੁਹਾਡਾ ਕੋਈ ਫਰੈਂਡ ਹੈ, ਰਿਲੇਟਿਵ ਹੈ, ਉਹ ਸਭ ਤੋਂ ਵਧੀਆ ਵੀ ਹੈ ਕਿ
ਉਹਦੇ ਨਾਲ ਤੁਸੀਂ ਪ੍ਰੈਕਟਿਸ ਕਰ ਲਓ, ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ, ਮਿਰਰ ਪ੍ਰੈਕਟਿਸ ਕਰ ਸਕਦੇ ਹੋ, ਹਨਾ। ਬਟ ਪ੍ਰੈਕਟਿਸ ਇਜ਼ ਦ ਕੀ ਟੂ ਸਕਸੈਸ, ਆਲਵੇਸ ਰਿਮੈਂਬਰ ਪ੍ਰੈਕਟਿਸ ਕਰਨੀ ਹੀ ਪਏਗੀ। ਸੋ ਪ੍ਰੈਕਟੀਕਲੀ ਵਰਕ ਕਰੋ, ਜਿੰਨੀ ਥਿਊਰੀ ਪੜ੍ਹ ਰਹੇ ਹੋ, ਜਿੰਨੀ ਥਿਊਰੀ ਲਿਖ ਰਹੇ ਹੋ, ਨਾਲ ਨਾਲ ਉਹਦਾ ਪ੍ਰੈਕਟੀਕਲ ਕਰਦੇ ਜਾਓ, ਠੀਕ ਹੈ। ਐਂਡ ਪ੍ਰੈਕਟੀਕਲੀ ਜਦੋਂ ਚੀਜ਼ਾਂ ਨੂੰ ਪਰਫਾਰਮ ਕਰੋਗੇ, ਮਾਈਂਡ ਦੇ ਵਿੱਚ ਆਪਣੇ ਆਪ ਉਤਰਨਗੀਆਂ ਐਂਡ ਫਿਰ ਚੀਜ਼ਾਂ ਤੁਹਾਨੂੰ ਬਾਈ ਹਾਰਟ ਲਰਨ ਹੋਣਗੀਆਂ, ਕ੍ਰੈਮਿੰਗ ਕਰਨ ਦੀ ਕਦੇ ਵੀ ਜ਼ਰੂਰਤ ਨਹੀਂ ਪਏਗੀ। ਸੋ ਫॉर दैट ਯੂ ਹੈਵ ਟੂ ਵਰਕ ਡੇ ਇਨ ਐਂਡ ਡੇ ਆਊਟ, ਬਹੁਤ ਪ੍ਰੈਕਟਿਸ ਦੀ ਜ਼ਰੂਰਤ ਪਏਗੀ, ਕੌਨਫੀਡੈਂਸ ਆਪਣੇ ਆਪ ਰੱਖਿਓ, ਠੀਕ ਹੈ, ਐਂਡ ਇੱਕ ਫੋਕਸ ਬਣਾ ਕੇ ਰੱਖਿਓ। ਫੋਰਥ ਇੰਪੋਰਟੈਂਟ ਪੁਆਇੰਟ ਇਜ਼ ਆਫ ਸਪੀਕਿੰਗ। ਯੈਸ, ਹੁਣ ਦੇਖੋ ਤੁਸੀਂ, ਤੁਹਾਡੇ 'ਚ ਕੌਨਫੀਡੈਂਸ ਆ ਗਿਆ, ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਬੇਸਿਕਸ ਵੀ ਤੁਸੀਂ ਲਰਨ ਕਰ ਲਿਆ, ਹਨਾ। ਨਾਓ ਇਟਸ ਦ ਟਾਈਮ ਟੂ ਸਪੀਕ। ਯੈਸ, ਕੁਝ ਵੀ ਸਿੱਖ ਰਹੇ ਹੋ, ਕੁਝ ਵੀ ਨਵਾਂ ਸਿੱਖ ਰਹੇ ਹੋ, ਉਹਦੀ ਪ੍ਰੈਕਟਿਸ ਕਰੋ ਡੇ ਟੂ ਡੇ, ਉਹਨੂੰ ਸਪੀਕ ਕਰੋ ਔਨ ਰੈਗੂਲਰ ਬੇਸਿਸ। ਇਹ ਨਹੀਂ ਕਿ ਹਫ਼ ਤੱਕ ਮੈਂ ਕੋਈ ਚੀਜ਼ਾਂ ਸਿੱਖੀਆਂ, ਮੈਂ ਉਹਦੀ ਪ੍ਰੈਕਟਿਸ ਕੀਤੀ, ਫਿਰ ਮੈਂ ਸੋਚਿਆ ਨਹੀਂ ਯਾਰ ਮੇਰੇ ਤੋਂ ਨਹੀਂ ਹੋ ਰਿਹਾ, ਜਾਂ ਮੈਨੂੰ ਲੱਗਿਆ ਕਿ ਬਹੁਤ ਹੈ, ਮੈਂ ਉਹਦੀ ਪ੍ਰੈਕਟਿਸ ਕਰਨੀ ਛੱਡਤੀ। ਇਸ ਤਰ੍ਹਾਂ ਨਹੀਂ ਹੋਏਗਾ। ਤੁਸੀਂ ਵੀ ਸੁਣਿਆ ਹੋਏਗਾ ਲਾਈਕ ਇਟ ਟੇਕਸ 21 ਡੇਜ਼, ਹਨਾ, ਟੂ ਮੇਕ ਐਨੀ ਹੈਬਿਟ। ਕੋਈ ਵੀ ਹੈਬਿਟ ਬਣਾਉਣ ਲਈ 21 ਦਿਨ ਲੱਗਦੇ ਨੇ, ਹਨਾ, ਜਾਂ ਫਿਰ ਕਿਸੇ ਹੈਬਿਟ ਨੂੰ ਅਸੀਂ ਦੂਰ ਕਰਨਾ ਹੈ, ਹਨਾ, ਉਹਦੇ ਲਈ ਵੀ 21 ਦਿਨ ਲੱਗਦੇ ਨੇ। ਸੋ ਐਟ ਲੀਸਟ 21 ਡੇਜ਼ ਦਾ ਤੁਸੀਂ ਫੁੱਲ ਫੋਕਸ ਮਾਈਂਡ ਦੇ ਨਾਲ ਰਿਲੀਜੀਅਸਲੀ ਉਸ ਚੀਜ਼ ਦੀ ਪ੍ਰੈਕਟਿਸ ਸਟਾਰਟ ਕਰੋ, ਠੀਕ ਹੈ। ਸਪੀਕ ਕਰੋ। ਨਾਓ ਹਾਊ ਟੂ ਸਟਾਰਟ ਸਪੀਕਿੰਗ। ਇਹ ਤਾਂ ਹੈ ਹੀ ਨਹੀਂ ਕਿ ਹੁਣ ਸਟਾਰਟਿੰਗ ਦੇ ਵਿੱਚ ਤੁਸੀਂ ਇੱਕ ਵਾਰ ਕੋਈ ਚੀਜ਼ ਪੜ੍ਹ ਲਈ ਕਿ ਇੱਕਦਮ ਹੀ ਤੁਸੀਂ, ਹਨਾ, ਉਹ ਚੀਜ਼ ਦੇ ਵਿੱਚ ਪ੍ਰੋਫੀਸ਼ੀਐਂਟ ਹੋ ਜਾਓਗੇ। ਸਟਾਰਟ ਵਿਦ ਦ ਵਰਡਸ। ਇਹ ਨਹੀਂ ਕਿ ਪਹਿਲਾਂ ਹੀ ਸੈਂਟੈਂਸਿਸ ਦੇ ਨਾਲ ਸਟਾਰਟ ਕਰੋ, ਪਹਿਲਾਂ ਵਰਡਸ ਦੇ ਨਾਲ ਸਟਾਰਟ ਕਰੋ। ਤੁਹਾਨੂੰ ਕੋਈ ਵੀ ਨਵਾਂ ਵਰਡ ਕਿਤੋਂ ਵੀ ਮਿਲਦਾ, ਕਿਸੇ ਹੋਰਡਿੰਗ ਤੇ ਰੀਡ ਕੀਤਾ, ਜਾਂ ਕਿਸੇ ਐਡਵਰਟੀਜ਼ਮੈਂਟ ਦੇ ਵਿੱਚ ਦੇਖਿਆ, ਜਾਂ ਫਿਰ ਕਿਸੇ ਤੋਂ ਸੁਣਿਆ, ਜਾਂ ਨਿਊਜ਼ਪੇਪਰ ਦੇ ਵਿੱਚ ਪੜ੍ਹੇ, ਇੱਕ ਸੈਪਰੇਟ ਨੋਟਬੁੱਕ ਬਣਾਓ, ਜਾਂ ਫਿਰ ਅੱਜ ਕੱਲ੍ਹ ਸਾਰਿਆਂ ਕੋਲ ਸਮਾਰਟਫੋਨਸ ਨੇ, ਉਹਦੇ ਵਿੱਚ ਨੋਟਸ ਬਣਾ ਸਕਦੇ ਹੋ। ਨਾਲ ਦੀ ਨਾਲ ਉਹਨੂੰ ਨੋਟ ਡਾਊਨ ਕਰੋ ਤੇ ਨਾਲ ਉਹਦਾ ਪੰਜਾਬੀ ਹਿੰਦੀ ਮੀਨਿੰਗ ਲਿਖ ਲਓ, ਉਹ ਤੁਹਾਡਾ ਕਲੀਅਰ ਹੋ ਜਾਏਗਾ। ਨੰਬਰ 2 ਇਜ਼ ਦੈਨ ਸਟਾਰਟ ਵਿਦ ਸ਼ਾਰਟ ਸੈਂਟੈਂਸਿਸ। ਉਹ ਜਿਹੜੇ ਵਰਡਸ ਤੁਸੀਂ ਸਿੱਖ ਲਏ, ਤੁਹਾਡੇ ਮਾਈਂਡ ਦੇ ਵਿੱਚ ਉਤਰ ਗਏ, ਫਿਰ ਉਹਨਾਂ ਦੇ ਛੋਟੇ ਛੋਟੇ ਸੈਂਟੈਂਸਿਸ ਬਣਾਉਣੇ ਸਟਾਰਟ ਕਰੋ। ਇਹ ਨਹੀਂ ਕਿ ਇੱਕਦਮ ਹੀ ਤੁਸੀਂ ਵੱਡੇ ਸੈਂਟੈਂਸਿਸ ਤੇ ਆ ਕੇ ਕੰਪਲੈਕਸ ਕੰਪਾਊਂਡ ਬਣਾਉਣ ਲੱਗ ਗਏ, ਫਿਰ ਨਹੀਂ ਹੋਏਗਾ। ਜਦੋਂ ਤੁਹਾਨੂੰ ਛੋਟੇ ਵਰਡਸ ਨੂੰ ਸੈਂਟੈਂਸਿਸ ਦੇ ਵਿੱਚ ਬਣਾਉਣਾ ਆ ਗਿਆ, ਦੈਨ ਸਟਾਰਟ ਵਿਦ ਬਿਗ ਸੈਂਟੈਂਸਿਸ, ਠੀਕ ਹੈ। ਫਿਰ ਉਹ ਛੋਟਿਆਂ ਤੋਂ ਬਿਗ ਵੀ ਆਪਣੇ ਆਪ ਬਣਦੇ ਜਾਣਗੇ, ਫਿਰ ਉਹਦੇ ਵਿੱਚ ਹੋਰ ਚੀਜ਼ਾਂ ਆਉਂਦੀਆਂ ਜਾਣਗੀਆਂ ਕਿ ਮੈਂ ਕਨੈਕਟਰਸ ਕਿਵੇਂ ਲਾਉਣੇ ਆ, ਲਿੰਕਰਸ ਕਿਵੇਂ ਲਾਉਣੇ ਆ, ਹਨਾ, ਪਾਰਟਸ ਆਫ ਸਪੀਚ ਤੇ ਫਿਰ ਤੁਸੀਂ ਵਰਕ ਕਰੋ। ਫਿਰ ਦੇयर ਆਰ ਲੋਟ ਆਫ ਟੌਪਿਕਸ ਜਿਹਦੇ ਉੱਪਰ ਤੁਸੀਂ ਹੌਲੀ ਹੌਲੀ ਵਰਕ ਕਰ ਸਕਦੇ ਹੋ। ਉਹ ਸਾਰਾ ਵੀ ਤੁਹਾਨੂੰ ਮੇਰੇ ਚੈਨਲ ਤੇ ਅਵੇਲੇਬਲ ਹੈ, ਤੁਹਾਨੂੰ ਨਾਲ ਦੀ ਨਾਲ ਮਿਲਦਾ ਜਾਏਗਾ। ਲਾਈਕ ਮਾਡਲ ਵਰਬਸ ਕੀ ਹੁੰਦੇ ਨੇ, ਪਾਰਟਸ ਆਫ ਸਪੀਚ ਕੀ ਹੁੰਦੇ ਨੇ, ਕਿਵੇਂ ਸੈਂਟੈਂਸਿਸ ਦੇ ਵਿੱਚ ਵਰਕ ਕਰਦੇ ਨੇ। ਦੈਨ ਇੱਕ ਵਾਰ ਬੇਸਿਕ ਨੌਲੇਜ ਲੈ ਕੇ ਵਰਡਸ ਤੋਂ ਸੈਂਟੈਂਸਿਸ ਤੇ ਆ ਗਏ, ਜਦੋਂ ਛੋਟੇ ਸੈਂਟੈਂਸਿਸ ਤੋਂ ਬਿਗ ਸੈਂਟੈਂਸਿਸ ਤੇ ਜੰਪ ਕਰੋਗੇ, ਫਿਰ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪਏਗੀ ਐਂਡ ਦੈਨ ਉਹਨਾਂ ਦੇ ਉੱਪਰ ਵਰਕ ਕਰੋ। ਫਿਫਥ ਲਾਸਟ ਐਂਡ ਵੈਰੀ ਇੰਪੋਰਟੈਂਟ ਇਜ਼, ਹੁਣ ਦੇਖੋ ਤੁਹਾਨੂੰ ਸੈਂਟੈਂਸਿਸ ਬਣਾਉਣੇ ਆ ਗਏ ਐਂਡ ਹੁਣ ਤੱਕ ਤੁਸੀਂ ਕੀ ਕਰ ਰਹੇ ਸੀ, ਕੋਈ ਵੀ ਸੈਂਟੈਂਸ ਜਦੋਂ ਤੁਸੀਂ ਇੰਗਲਿਸ਼ ਦੇ ਵਿੱਚ ਬੋਲਣਾ ਹੁੰਦਾ ਸੀ, ਉਹਨੂੰ ਪਹਿਲਾਂ ਤੁਸੀਂ ਆਪਣੀ ਰੀਜਨਲ ਲੈਂਗੁਏਜ ਦੇ ਵਿੱਚ ਆਪਣੇ ਮਨ ਦੇ ਵਿੱਚ ਸੋਚਦੇ ਸੀ, ਹੈ ਨਾ, ਵੈਦਰ ਇਟਸ ਪੰਜਾਬੀ ਔਰ ਹਿੰਦੀ। ਸਪੋਜ਼ ਮੈਂ ਕੁਛ ਇੰਗਲਿਸ਼ ਦੇ ਵਿੱਚ ਕਿਸੇ ਨੂੰ ਕਮਿਊਨੀਕੇਟ ਕਰਨਾ, ਤਾਂ ਮੈਂ ਪਹਿਲਾਂ ਉਹਨੂੰ ਪੰਜਾਬੀ 'ਚ ਸੋਚੂੰਗੀ, ਫਿਰ ਬੋਲੂੰਗੀ। ਬਟ ਫਰੋਮ ਨਾਓ ਔਨਵਰਡਸ, ਹੈ ਨਾ, ਹੁਣ ਤੁਸੀਂ ਇੰਨੇ ਕੇਪੇਬਲ ਹੋ ਗਏ ਕਿ ਤੁਹਾਨੂੰ ਸੈਂਟੈਂਸਿਸ ਬਣਾਉਣੇ ਆ, ਪਰਟੀਕੂਲਰ ਉਹੀ ਚੀਜ਼ ਨੂੰ ਤੁਸੀਂ ਇੰਗਲਿਸ਼ ਵਿੱਚ ਹੀ ਸੋਚੋ ਐਂਡ ਇੰਗਲਿਸ਼ ਵਿੱਚ ਹੀ ਬੋਲੋ। ਇਹੀ ਬਿਗ ਮਿਸਟੇਕ ਹੈ ਜਿਹੜੀ ਅਸੀਂ ਸਾਰੇ ਕਮਿਟ ਕਰਦੇ ਹਾਂ। ਇਟਸ ਅ ਸੌਰਟ ਆਫ ਬਲੰਡਰ ਕਿ ਅਸੀਂ ਪਹਿਲਾਂ ਪੰਜਾਬੀ ਦੇ ਵਿੱਚ ਸੋਚਦੇ ਹਾਂ, ਫਿਰ ਉਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਫਰ ਕਰਦੇ ਹਾਂ। ਐਂਡ ਇਸ ਸਟੇਜ ਤੇ ਆ ਕੇ ਇੰਨੇ ਕੈਪੇਬਲ ਬਣ ਜਾਓ ਕਿ ਜਿਹੜੀ ਵੀ ਚੀਜ਼ ਬੋਲਣ ਜਾ ਰਹੇ ਹੋ, ਵੈਦਰ ਇਟਸ ਅ ਸ਼ਾਰਟ ਸੈਂਟੈਂਸ ਔਰ ਇਟਸ ਵਿਦ ਅ ਕੰਪਲੈਕਸ ਔਰ ਕੰਪਾਊਂਡ ਸੈਂਟੈਂਸ, ਉਹਨੂੰ ਇੰਗਲਿਸ਼ ਦੇ ਵਿੱਚ ਹੀ ਸੋਚੋ ਐਂਡ ਇੰਗਲਿਸ਼ ਦੇ ਵਿੱਚ ਹੀ ਬੋਲਣਾ ਸਟਾਰਟ ਕਰੋ। ਇਸ ਸਟੇਜ ਤੇ ਆ ਕੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਫੋਬੀਆ ਹੋਏਗਾ, ਜਿਹੜਾ ਤੁਹਾਨੂੰ ਸ਼ੁਰੂ ਤੋਂ ਹੀ ਸੀ ਇਨ ਸਪੀਕਿੰਗ, ਹੈ ਨਾ। ਇੱਥੇ ਤੱਕ ਆ ਕੇ ਤੁਹਾਡਾ ਸਾਰਾ ਓਵਰਕਮ ਹੋ ਜਾਏਗਾ। ਯੂ ਗਾਈਜ਼ ਵਿਲ ਬਿਕਮ ਕੌਨਫੀਡੈਂਟ ਇਨਫ ਟੂ ਸਪੀਕ ਇਨ ਫਰੰਟ ਆਫ ਐਨੀਬਡੀ, ਹੈ ਨਾ। ਇੱਥੇ ਆ ਕੇ ਤੁਹਾਡੀ ਇੱਕ ਪਰਸਨੈਲਿਟੀ ਡਿਵੈਲਪ ਹੋਈ। ਸੋ ਗਾਈਜ਼, ਇਟਸ ਅ ਹੰਬਲ ਰਿਕੁਐਸਟ, ਪਲੀਜ਼ ਕੰਸੀਡਰ all these points if you want to speak in English or if you are a beginner, means ਤੁਸੀਂ ਸਟਾਰਟ ਕੀਤਾ ਕਿ ਤੁਹਾਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਐਂਡ ਤੁਸੀਂ ਚਾਹੁੰਦੇ ਹੋ ਬਾਈ ਹਾਰਟ ਉਹਨੂੰ ਸਿੱਖਣਾ। So that's all for today's video. So if you need any further assistance, do write me in the comment section. Thank you so much. Bye bye. Take care.